साहिब जी। श्लोक महला चौथा। सतगुर की सेवा निर्मली, निर्मल जन होए सो सेवा कलै। जिन अंतर कपट विकार झूठ, ओए आपे सच्चै वख कढे। जजमल सचियार सिख बह सतगुर पास घालन। कूड़ियार न लभनी किते थाए भाले। जिन्ना सतगुर का आख्या सो खावे नाही। तिना मोह भलेरे फिरै दए गल। जिन अंदर प्रीत नहीं हर केरी, से किचरक वीरायन मन मुख बेतल। सतगुरु नो मिलै सो अपना मन थाए रखै। ओ आप वरतै अपनी वत नल। जन नानक एक ना गुर मेल सुख देवै। एक आपै वख कढे ठगवालै। आवो सिख सतगुर के प्यारे हो। गाओ सच्ची बाणी, बाणी ता गावो गुरु केरी। बाणिया सिरबाणी। ज़हरा ज़हूर हाजरा हजूर सर्व कला भरपूर समर्थ गुरु। लोक परलोक दे रखियक भगत वशल। ज्ञान दे सागर सतगुरां दी भगतां प्यारियां दी जोत धन धन श्री गुरु ग्रंथ साहिब जी महाराज जी दी पावन पवित्र गोद विच गुरु शब्द दे नाल जुड़ बैठी जुड़ रही सा संगत। धनता दे योग हाँ बड़ भागे हाँ सतगुरां ने मेहर कर दिती। जिंदगी दा जो समा चल रहा है, अज दा दिन जो जिंदगी दे विचों चला जा रहा है, घट रहा है। जिंदगी दा बड़ा कीमती दिन जो साडी जिंदगी दे विचों बाहर हो रहा है, घट रहा है। उस दिन नूं उस समय नूं सफल बनाउण दे लई सच्चे पातशाह ने अपनी गोद अपनी संगत बख्श दी है। सो सतगुरु जी आपदा शुकराना है। चल रहे श्वास, चल रहा समा, बीत रहा समा, बीत रहे श्वास, आप जी लिखे दे विच ला रहे हो, बख्शिश कर रहे हो। आप दा शुकराना है। लेखे विच श्वास लग जान, लेखे विच जिंद लग जाए, अपनी कोशिश दे नाल ये नहीं हुंदा। महाराज जी दी बाणी दा फरमान है, मेहरबान साहिब मेहरबान साहिब मेरा मेहरबान। जी सगल को दे मालक दी मेहर तो बगैर मशक्कत मेहनत नहीं होंदी।
ਮਿਹਨਤ ਤੋਂ ਬਿਨਾ ਸਫਲਤਾ ਨਹੀਂ ਮਿਲਦੀ, ਸਫਲਤਾ ਤੋਂ ਬਿਨਾ ਬੰਦਾ ਸੁਖੀ ਵੀ ਨਹੀਂ ਹੁੰਦਾ। ਇਸ ਕਰਕੇ ਮਾਲਕ ਦੀ ਮਿਹਰ ਦੇ ਨਾਲ ਹੀ ਸਭ ਕੁਝ ਸੰਭਵ ਹੈ, ਚਾਹੇ ਬਾਹਰਲੀ ਦੁਨੀਆ ਚਾਹੇ ਅੰਦਰਲੀ ਦੁਨੀਆ। ਮਾਲਕ ਦੀ ਮਿਹਰ ਕਿਰਪਾ ਤੋਂ ਬਗੈਰ ਕੁਝ ਵੀ ਸੰਭਵ ਨਹੀਂ ਹੈ। ਸੋ ਇਸ ਲਈ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਦਇਆ ਕਰਨ, ਕਿਰਪਾ ਕਰਨ, ਸਾਡੀ ਜ਼ਿੰਦਗੀ ਨੂੰ, ਜਿੰਦ ਨੂੰ ਲੇਖੇ ਵਿੱਚ ਲਾ ਲੈਣ, ਲਾ ਦੇਣ, ਲਾ ਰਹੇ ਹਨ, ਲਾਉਣਗੇ। ਸੋ ਇਸ ਆਸ ਦੇ ਨਾਲ ਜਿਉਂਦੇ ਹਾਂ, ਇਸ ਆਸ ਦੇ ਨਾਲ ਆਉਂਦੇ ਹਾਂ, ਸਾਡਾ ਵੀ ਭਲਾ ਹੋ ਜਾਏਗਾ, ਅਸੀਂ ਵੀ ਤਰ ਜਾਵਾਂਗੇ। ਬਹੁਤ ਸੰਸਾਰ ਦੇ ਲੋਕ ਤਰੇ ਹਨ, ਅਸੀਂ ਵੀ ਤਰ ਜਾਵਾਂਗੇ। ਸੋ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਦਇਆ ਕਰਨ। ਆਓ ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੇ। ਗੁਰੂ ਮਹਾਰਾਜ ਜੀ, ਗੁਰੂ ਰਾਮਦਾਸ ਮਹਾਰਾਜ ਜੀ ਆਪਣੀ ਜ਼ਿੰਦਗੀ ਦੇ ਬਹੁਤ ਵੱਡੇ ਤਜਰਬੇ ਦੇ ਵਿੱਚੋਂ ਇਹ ਸਾਨੂੰ ਸੁਨੇਹਾ ਵਿਚਾਰ ਦੇ ਰਹੇ ਹਨ ਕਿ ਸਤਿਗੁਰ ਕੀ ਸੇਵਾ ਨਿਰਮਲੀ, ਕਿਉਂਕਿ ਉਹਨਾਂ ਨੇ ਆਪ ਬਹੁਤ ਜ਼ਿਆਦਾ ਸੇਵਾ ਕੀਤੀ ਹੈ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ। ਇਸ ਕਰਕੇ ਉਹਨਾਂ ਦਾ ਆਪਣਾ ਨਿੱਜੀ ਬਹੁਤ ਵੱਡਾ ਤਜਰਬਾ ਹੈ। ਅਕਾਲ ਪੁਰਖ ਦਾ ਰੂਪ ਤੇ ਉਹ ਹੈ ਨੇ, ਉਹ ਤੇ ਗਿਆਨ ਉਹਨਾਂ ਕੋ ਹੈ ਹੀ ਹੈ, ਜੋ ਉਸ ਨਿਰੰਕਾਰ ਦਾ, ਗੁਰੂ ਨਾਨਕ ਦੀ ਜੋਤ ਦਾ। ਪਰ ਜਿਨ੍ਹਾਂ ਨੇ ਆਪਣੇ ਤਨ ਤੇ ਆਪਣੇ ਪਿੰਡੇ ਤੇ ਪ੍ਰੈਕਟੀਕਲ ਕਰਕੇ ਦਿਖਾਇਆ, ਸੋ ਇਸ ਕਰਕੇ ਉਹਨਾਂ ਦੀਆਂ ਪੰਕਤੀਆਂ ਦੇ ਵਿੱਚੋਂ ਉਹਨਾਂ ਦਾ ਜੀਵਨ ਸੇਵਾ ਵਾਲਾ ਝਲਕਦਾ ਹੈ। ਸੋ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਨੇ, ਸਤਿਗੁਰ ਕੀ ਸੇਵਾ ਨਿਰਮਲੀ। ਸਤਿਗੁਰ ਜੀ ਦੀ ਸੇਵਾ ਕਰਨਾ ਇੱਕ ਪਵਿੱਤਰ ਕਰਮ ਹੈ, ਚੰਗਾ ਕਰਮ ਹੈ। ਉਸ ਪਵਿੱਤਰ ਕਰਮ ਨੂੰ ਕਰਨ ਵਾਲਾ ਵੀ ਨਿਰਮਲ ਹੋਣਾ ਚਾਹੀਦਾ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੇ। ਮਤਲਬ ਸਤਿਗੁਰ ਦੀ ਸੇਵਾ ਪਵਿੱਤਰ ਹੈ, ਪਰ ਉਸ ਨੂੰ ਕਰਨ ਵਾਲੇ ਦਾ ਮਨ ਵੀ ਪਾਕ, ਪਵਿੱਤਰ ਤੇ ਸ਼ਰਧਾਵਾਨ ਹੋਣਾ ਚਾਹੀਦਾ। ਜੇ ਨਿਰਮਲ ਸਤਿਗੁਰ ਦੀ ਸੇਵਾ ਕਰਨ ਵਾਲੇ ਦਾ ਮਨ ਪਵਿੱਤਰ, ਨਿਰਮਲ ਨਹੀਂ ਹੈ, ਫਿਰ ਉਹ ਸਤਿਗੁਰ ਦੀ ਸੇਵਾ ਨਹੀਂ ਕਰ ਸਕਦਾ। ਸਤਿਗੁਰ ਦੇ ਕੋਲ ਬਹੁਤ ਜ਼ਿਆਦਾ ਦੁਨੀਆ ਸੇਵਾ ਕਰਨ ਆਉਂਦੀ ਸੀ, ਅੱਜ ਵੀ ਆ ਰਹੀ ਹੈ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੇ ਹਰ ਹਰ ਉਤਮ ਬਾਣੀ। ਮੈਂ ਵੀ ਗਾਉਣਾ, ਤੁਸੀਂ ਵੀ ਗਾਉਂਦੇ, ਮੈਂ ਵੀ ਸੇਵਾ ਕਰਦਾ, ਆਪ ਵੀ ਕਰਦੇ ਹੋ। ਪਰ ਮਹਾਰਾਜ ਜੀ ਕਹਿੰਦੇ ਤੁਹਾਡਾ ਸਾਰਾ ਕੀਤਾ ਕਰਾਇਆ ਜਿਹੜਾ ਗਾਵੇ ਆ, ਸੁਣਿਆ, ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਮੰਨਿਆ ਹੋਏਗਾ, ਜੋ ਗੁਰੂ ਦੀ ਆਗਿਆ ਦੇ ਵਿੱਚ, ਭਾਣੇ ਦੇ ਵਿੱਚ ਜਾਂ ਹੁਕਮ ਦੇ ਵਿੱਚ ਰਹੇ ਹੋਣਗੇ ਜਾਂ ਰਹਿ ਰਹੇ ਨੇ, ਉਹਨਾਂ ਦੀ ਕੀਤੀ ਹੋਈ ਸੇਵਾ ਹੀ ਮਹਾਰਾਜ ਜੀ ਕਹਿੰਦੇ ਪ੍ਰਵਾਨ ਹੁੰਦੀ ਹੈ। ਨਿਰਮਲ ਜਨ ਹੋਏ ਸੋ ਸੇਵਾ ਘਾਲੇ। ਸੋ ਆਪਣੇ ਆਪ ਨੂੰ ਨਿਰਮਲ ਕਰਨਾ ਹੈ, ਆਪਣੇ ਆਪ ਨੂੰ ਨਿਰਮਲ ਕਰਨਾ ਹੈ। ਕਿਸ ਤਰ੍ਹਾਂ ਨਿਰਮਲ ਕਰਨਾ? ਮਨ ਨੂੰ ਨਿਰਮਲ ਕਰਨ ਦੇ ਲਈ, ਮਨ ਸਾਡਾ ਨਿਰਮਲ ਹੋਵੇ, ਮਤਲਬ ਪਵਿੱਤਰ ਹੋਵੇ, ਸਾਫ ਹੋਵੇ। ਇਹਦੇ ਲਈ ਸਾਨੂੰ ਕੀ ਕਰਨਾ ਪਏਗਾ? ਸਭ ਤੋਂ ਪਹਿਲਾਂ ਸਾਨੂੰ ਗੁਰੂ ਦੇ ਕੋਲ ਆ ਕੇ ਗੁਰੂ ਦੀ ਪੜ੍ਹਾਈ ਜਿਹੜੀ ਹੈ ਦੱਸੀ ਜਾਂਦੀ ਹੈ, ਗੁਰਮਤਿ, ਉਸ ਨੂੰ ਪਹਿਲਾਂ ਸੁਣਨਾ ਪਏਗਾ। ਉਹਦੇ ਨਾਲ ਜਦੋਂ ਅਸੀਂ ਬਾਣੀ ਸੁਣਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ, ਮਨ, ਮਹਾਰਾਜ ਜੀ ਕਹਿੰਦੇ ਮਨ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ। ਸੁਣ ਤੇ ਪੁਨੀਤ
ਕਹਿਣ ਵਾਲਿਆਂ ਦਾ ਵੀ, ਗਾਉਣ ਵਾਲਿਆਂ ਦਾ ਵੀ ਤੇ ਸੁਣਨ ਵਾਲਿਆਂ ਦਾ ਵੀ। ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਮਿਹਰ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਪ ਦੀ ਬਾਣੀ ਦੇ ਵਿੱਚ ਸੁਣਿਆਂ ਦੀ ਹੈ ਪੌੜੀ ਹੈ। ਸੁਣਨ ਤੋਂ ਬਾਅਦ ਫਿਰ ਮੰਨਣ ਦੀਆਂ ਪੌੜੀਆਂ, ਉਹ ਤੋਂ ਬਾਅਦ ਫਿਰ ਹੋਰ ਖੰਡ ਆਉਂਦੇ ਨੇ। ਕਈ ਕੁਛ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ ਤੁਸੀਂ ਪੜ੍ਹਦੇ ਹੋ। ਸੋ ਸਭ ਤੋਂ ਪਹਿਲਾਂ ਮਨ ਸਾਡਾ ਨਿਰਮਲ ਹੋਵੇ, ਇਹਦਾ ਸੇਵਾ ਕਰਨ ਨੂੰ ਚਿੱਤ ਕਰੇ। ਇਹਦੇ ਲਈ ਪਹਿਲਾਂ ਬਾਣੇ ਦੇ ਨਾਲ ਜੁੜਨਾ ਜ਼ਰੂਰੀ ਹੈ। ਮੈਂ ਬਾਣਾ ਪਾਲਿਆ ਤੇ ਗੁਰੂ ਦੀ ਬਾਣੀ ਮੈਂ ਪੜ੍ਹਦਾ ਹੀ ਨਹੀਂ। ਉੱਠਦਾ ਮੈਂ 9 ਵਜੇ 8 ਵਜੇ, ਸਿਰਫ ਦਿਖਾਵਾ। ਮੈਂ ਸੋਹਣੀ ਦਸਤਾਰ ਸਜਾ ਲਈ, ਸੋਹਣਾ ਦੁਮਾਲਾ ਸਜਾ ਲਿਆ, ਕਦੇ ਗੁਰਦੁਆਰੇ ਗਿਆ ਹੀ ਨਹੀਂ, ਨਿਤਨੇਮ ਕੀਤਾ ਹੀ ਨਹੀਂ, ਤੇ ਕਦੀ ਵੀ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੀ ਨਹੀਂ। ਤੇ ਫਿਰ ਇਹ ਮਨ ਨਿਰਮਲ ਨਹੀਂ ਹੋਏਗਾ, ਮਨ ਹਮੇਸ਼ਾ ਮੈਲਾ ਹੋਏਗਾ। ਚਾਹੇ ਕੋਈ ਅੰਮ੍ਰਿਤਧਾਰੀ ਹੈ, ਚਾਹੇ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ, ਦੋਵੇਂ। ਮਤਲਬ ਜੇ ਕੋਈ ਕਰਮ ਕਰੇਗਾ ਮਨ ਨਿਰਮਲ ਤਾਂ ਹੋਏਗਾ, ਜੇ ਕਰਮ ਨਹੀਂ ਕਰੇਗਾ। ਕਰਮ ਕੀ ਹੈ? ਅੰਮ੍ਰਿਤ ਵੇਲੇ ਉੱਠਣਾ ਕਰਮ, ਅੰਮ੍ਰਿਤ ਵੇਲੇ ਗੁਰੂ ਦੀ ਯਾਦ ਵਿੱਚ ਜੁੜਨਾ ਕਰਮ ਹੈ। ਜਪ ਦੀ ਬਾਣੀ ਪੜ੍ਹਨਾ, 5 ਬਾਣੀਆਂ ਪੜ੍ਹਨੀਆਂ, ਸੁਖਮਨੀ ਸਾਹਿਬ, ਆਸਾ ਦੀ ਵਾਰ, ਕੀਰਤਨ ਕਥਾ, ਇੱਕ ਕਰਮ ਹੈ, ਬਹੁਤ ਪਿਆਰਾ ਕਰਮ ਹੈ। ਸੋ ਇਸ ਕਰਮ ਦੇ ਨਾਲ ਮਨ ਸਾਡਾ ਨਿਰਮਲ ਹੁੰਦਾ। ਜਦੋਂ ਸਾਡਾ ਮਨ ਗੁਰਬਾਣੀ ਨੂੰ ਸੁਣਦਾ ਹੈ ਤੇ ਮਨ ਨੂੰ ਸੋਝੀ ਆਉਂਦੀ ਹੈ, ਫਿਰ ਮਨ ਕਹਿੰਦਾ ਵੀ ਚਲੋ ਇਹ ਕੰਮ ਕਰ ਦਈਏ। ਗੁਰੂ ਨੇ ਸਾਨੂੰ ਸਿੱਖਿਆ ਦਿੱਤੀ, ਕਿਉਂਕਿ ਗੁਰੂ ਨੇ ਆਪ ਕੀਤਾ, ਗੁਰੂ ਨੇ ਆਪ ਕਰਕੇ ਦਿਖਾਇਆ। ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਇੰਨਾ ਕੁਛ ਸੀ, ਧਨ ਉਹਨਾਂ ਨੂੰ ਖੇਤੀ ਕਰਨ ਦੀ ਜ਼ਰੂਰਤ ਨਹੀਂ ਸੀ। ਗੁਰੂ ਨਾਨਕ ਮਹਾਰਾਜ ਜੀ ਨੂੰ ਦੁਨੀਆ ਦੇ ਕੋਨੇ-ਕੋਨੇ, ਥਾਂ-ਥਾਂ ਘੁੰਮਣ ਦੀ ਜ਼ਰੂਰਤ ਨਹੀਂ ਸੀ। ਬਹੁਤ ਅਮੀਰੀ ਸੀ ਘਰ ਦੇ ਵਿੱਚ, ਬਹੁਤ ਕੁਝ ਸੀ, ਰਿਜ਼ਕ ਪੂਰਾ ਸੀ, ਪਰ ਉਹਨਾਂ ਨੇ ਪ੍ਰੈਕਟੀਕਲ ਕਰਕੇ ਸਭ ਕੁਝ ਦੱਸਿਆ, ਨੀਵੇਂ ਹੋ ਕੇ ਦੱਸਿਆ, ਗਰੀਬਾਂ ਨੂੰ ਗਲੇ ਨਾਲ ਲਾ ਕੇ ਦੱਸਿਆ, ਸ਼ੂਦਰਾਂ ਨੂੰ ਵਡਿਆਈ ਦੇ ਕੇ ਦੱਸਿਆ, ਉਹਨਾਂ ਨੂੰ ਆਪਣੇ ਬਰਾਬਰ ਬਿਠਾ ਕੇ ਸਭ ਕੁਝ ਪ੍ਰੈਕਟੀਕਲ ਕਰਕੇ ਦੱਸਿਆ। ਕਿਧਰੇ ਮੇਰਾ ਸਿੱਖ ਇਹ ਨਾ ਕਹੇ ਵੀ ਸਾਡੇ ਗੁਰੂ ਨੇ ਤੇ ਇੱਦਾਂ ਕੁਛ ਕੀਤਾ ਨਹੀਂ। ਜੇ ਗੁਰੂ ਇੰਜ ਨਾ ਕਰਦੇ ਫਿਰ ਤੇ ਅਸੀਂ ਮੰਨਣਾ ਹੀ ਨਹੀਂ ਸੀ। ਧਿਆਨ ਦੇਣਾ, ਜੇ ਸਾਡੇ ਗੁਰੂ ਇਸ ਤਰ੍ਹਾਂ ਨਾ ਪ੍ਰੈਕਟੀਕਲ ਕਰਦੇ ਫਿਰ ਅਸੀਂ ਕਿੱਥੇ ਮੰਨਣਾ ਸੀ। ਗੁਰੂਆਂ ਦੇ ਸਭ ਕੁਝ ਕਰਨ ਤੋਂ ਬਾਅਦ ਵੀ ਅਸੀਂ ਨਹੀਂ ਕਰ ਸਕੇ ਜਾਂ ਨਹੀਂ ਕਰਨਾ ਚਾਹੁੰਦੇ, ਫਿਰ ਇਹ ਅਸੀਂ ਖੁਦ ਹੀ ਸੋਚ ਸਕਦੇ ਹਾਂ ਮਨ ਨਿਰਮਲ ਕਿਸ ਤਰ੍ਹਾਂ ਹੋਏਗਾ। ਸੋ ਸਤਿਗੁਰੂ ਜੀ ਦੀ ਬਾਣੀ ਸਾਨੂੰ ਦੱਸਦੀ ਹੈ ਵੀ ਸੇਵਾ ਬਹੁਤ ਜ਼ਰੂਰੀ ਹੈ। ਇਹਦੇ ਲਈ ਮਨ ਦੇ ਵਿੱਚ ਨਿਮਾਣਾਪਨ, ਮਨ ਦੇ ਵਿੱਚ ਗਰੀਬੀ, ਮਨ ਦੇ ਵਿੱਚ ਝੁਕਣਾ, ਸਹਿਜ, ਇਹ ਸਾਰੀਆਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਫਿਰ ਨਿਰਮਲ ਦੀ ਸੇਵਾ ਕਰਕੇ ਨਿਰਮਲ ਹੋ ਜਾਂਦਾ ਹੈ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੈ। ਸੋ ਭਾਵੇਂ ਫਿਰ ਸੇਵਾ ਔਖੀ ਹੋਵੇ ਚਾਹੇ ਸੌਖੀ ਹੋਵੇ, ਉਹ ਬੰਦਾ ਪਾਸ ਹੋ ਜਾਂਦਾ, ਉਹ ਫਿਰ ਪਿੱਛੇ ਨਹੀਂ ਹਟਦਾ, ਉਹ ਗੁਰੂ ਦੀ ਸੇਵਾ ਕਮਾ ਲੈਂਦਾ। ਤੇ ਅੱਗੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਨਹੀਂ ਕਰਨਾ ਚਾਹੁੰਦੇ ਜਾਂ ਜਿਹੜੇ ਬਨਾਵਟੀ ਨੇ, ਉਹਨਾਂ ਬਾਰੇ ਕਹਿੰਦੇ ਜਿਨ੍ਹਾਂ ਅੰਦਰ ਕਪਟ, ਵਿਕਾਰ, ਝੂਠ, ਜਿਨ੍ਹਾਂ ਦੇ ਅੰਦਰ ਝੂਠ, ਫਰੇਬ, ਕਪਟ, जिन अंदर कपट, विकार, झूठ। जब दिल में नहीं है कपट तो फिर क्यों डरता है। जब दिल में नहीं है कपट तो फिर क्यों डरता है। अनजान जीव जो करता है सो भरता है। जद मन विच कोई फरेब नहीं, कोई कपट नहीं, कोई झूठ नहीं, उन्होंने डर नहीं हुंदा। जिस दे अंदर फरेब, कपट, झूठ, विखावा हुंदा, महाराज जी कहंदे वो झूठा तो हुंदा ही है,
जिन अंदर कपट विकार झूठ ओए आपे सच्चे वक कड्डे जज माले। जिन्हां दे अंदर इस तरह की चीज़ है महाराज जी कहते उन्होंने सतगुरु ने वखरे कर दिता। उन्होंने सतगुरु जी ने अपने तो दूर कर दिता। जिन्हां दे अंदर भावना नहीं, जिन्हां दे अंदर प्रेम नहीं, उन्होंने गुरु ने वक कर दिता। जिवें असी भी आग्याकारी नौकर रखना चाहते हाँ, जिवें असी भी चाहते हाँ सारे मेरी आग्या विच रहन, मेरा टब्बर रवे, मेरा महला रवे, मेरा पिंड रवे, मेरा देश रवे। सो गुरु ते जिहड़ा सर्व शक्तिमान सर्व कला संपूर्ण समर्थ गुरु है, सो जिसने गुरु तक अपना गुरु का रूप बनना, गुरु की बख्शिश प्राप्त करनी है, उन्होंने भी गुरु की आग्या दे विच बचन कमाने पैणगे। सो अगली पंक्ति, सचियार सिख बै सतगुर पास घालन। जिहड़े सच दे वपारी हुंदे ने, जिहड़े अंदरों महाराज जी कहंदे गुरु दे नाल सच्चा प्रेम करदे हन, वो सतगुरु दे पास बह के मतलब मेहनत करते हैं, सेवा करते हैं सच्चे। सचियार सिख बै सतगुर पास घालन, कूड़ियार ना लभनी किते थाए भाले। पर जिहड़े कूड़ दे वपारी हुंदे ने, झूठे हुंदे ने, वो लभदियां नहीं लभदे। जिन्हां सतगुर का आख्या सुखावे नाही। जिन्हां मनुखा नूं अपने गुरु दे बचन चंगे नहीं लगते, जिन्हों गुरु का हुक्म औखा लगता, जिन्हां सतगुर का आख्या सुखावे नाही, तिन्हां मोह भलेरे फिर है दए गाले। उन्हां दे महाराज जी कहते मूँह भ्रिष्टे हुंदे ने ते खसम वालों फिटकारे फिरदे हन। जिन्हां सतगुरु का आख्या सुखावे नाही, सुखावे मतलब चंगा नहीं लगता, गुरु का आख्या चंगा नहीं लगता। गुरु का आख्या किवें चंगा नहीं लगता? गुरु गोबिंद सिंह महाराज जी नूं सिख कहंदे सच्चे पातशाह पहाड़ी राजिया ने, केसरी चंद ने ये प्लान किया है भी साडा जिहड़ा आनंदपुर साहिब का किला है, इहदा जिहड़ा मुख दरवाजा है, इस मुख दरवाजे नूं नुकसान पहुँचाया जाए, तोड़ दिता जाए, तां जो फौज आसानी दे नाल आनंदपुर साहिब के किले के अंदर वड़ सके। बचन चल रहा है, जिन्हां सतगुरु का आख्या सुखावे नाही, तिन्हां मोह भलेरे फिरे दे गाले। तो उहदे लई उन्होंने ये स्कीम लाई है। उन्होंने कोल एक हाथी है बड़ा खूंखार। उन्होंने उस हाथी नूं नशे दे विच धुत कर दिता है, उन्होंने पिया के रजा दिता है। तो वह हाथी नशे दे विच मस्त होया साडे इस किले दे वल आएगा, उसनूं लोहे दे नाल पूरा मड़ दिता है। तो वह आके साडे आनंदपुर साहब आके वो किले दे दरवाजे नूं तोड़ेगा। इहदे लई उन्होंने कल दी विਉਂਤਬੰਦੀ बनाई हुई है। सच्चे पातशाह जी कहते कोई गल नहीं, कोई गल नहीं, कोई मुश्किल नहीं, कोई प्रॉब्लम नहीं, आन दो। तो जदों इस तरह की कोई गल बनती सी, फिर महाराज जी अपने ना सेवादारां दे विचों कोई सिंह दी चोण करते सी भी आ जा तू, ये सेवा तैनूं देनी है। एक माझे तो सिंह आया होया सी, उहदा नाम सी दुनी चंद। इहदा शरीर सी बहुत चंगा तगड़ा भारा उच्चा लम्मा जवान। एक सानू क्लास दे विच बड़ा वधिया मुहावरा ते अखौतां पढ़ाते हुंदे सी पंजाबी दे टीचर। एक बड़ी वधिया वो गल कहंदे सी, उच्चा लम्मा गभरू पल्ले ठीकरी। जे उच्चा लम्मा होवे ते उन्होंने अकल ना होवे, जे सोहना होवे ते उन्होंने सोहनी गल करनी ना आउंदी होवे, तकड़ा होवे ते किसी काम दा ना होवे ते उहदा की फायदा।
ਉਹਦੇ ਸਰੀਰ ਦੇ ਤਕੜੇ ਹੋਣ ਦਾ ਡੌਲੇ ਦੁਨੀਆ ਨੂੰ ਥੋੜ੍ਹਾ ਦਿਖਾਣੇ ਨੇ। ਫੋਟੋਆਂ ਖਿੱਚ ਖਿੱਚ ਫੇਸਬੁੱਕ 'ਤੇ ਪਾਉਣ ਵਾਸਤੇ ਰੱਖੀਆਂ ਨੇ, ਸਕਿਨ ਟੈਟ ਜਾਂ ਛੋਟੀਆਂ ਛੋਟੀਆਂ ਪਾ ਕੇ। ਇਸ ਜਵਾਨੀ ਨੂੰ ਕਿਧਰੇ ਕਿਸੇ ਲੇਖੇ ਵਿੱਚ ਲਾਉਣ ਦੇ ਲਈ ਹੈ। ਸੇਵਾ ਤੋਂ ਬੰਦਾ ਭੱਜ ਜਾਏ, ਸੇਵਾ ਕਰੇ ਨਾ, ਅਤੇ ਬਾਕੀ ਟੌਰ ਪੂਰੀ ਰੱਖੇ, ਅਤੇ ਫਿਰ ਉਹ ਜਿਹੜੀਆਂ ਪੰਕਤੀਆਂ ਚੱਲ ਰਹੀਆਂ ਨੇ ਬਸ ਉਹ ਉਹਨਾਂ 'ਤੇ ਢੁਕਦੀਆਂ ਹਨ। ਮਹਾਰਾਜ ਜੀ ਕਹਿੰਦੇ ਵੀ ਇਹ ਦੁਨੀ ਚੰਦ ਜਿਹੜਾ ਐਡਾ ਤਗੜਾ ਆਪਣਾ ਸਿੰਘ ਹੈ, ਇਹ ਕਾਹਦੇ ਲਈ? ਇਹ ਲੜੇਗਾ ਹਾਥੀ ਨਾਲ। ਵੀ ਮਹਾਰਾਜ ਜੀ ਕਹਿੰਦੇ ਸਿੰਘਾ ਕੱਲ ਤਿਆਰ ਰਹੀਂ, ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਹੀਂ। ਮਹਾਰਾਜ ਜੀ ਕੀ ਕਿਹਾ ਜੀ? ਪਾਤਸ਼ਾਹ ਕਹਿੰਦੇ ਕੱਲ ਤੂੰ ਹਾਥੀ ਦੇ ਨਾਲ ਲੜਨਾ, ਮੁਕਾਬਲਾ ਕਰਨਾ। ਉਸ ਵੇਲੇ ਤੇ ਉਹ ਕੁਝ ਬੋਲ ਨਹੀਂ ਸਕਿਆ। ਜਦੋਂ ਉਸ ਨੂੰ ਪਤਾ ਲੱਗਿਆ ਵੀ ਉਹ ਜਿਹੜਾ ਹਾਥੀ ਹੈ ਉਹ ਤਾਂ ਐਡਾ ਜ਼ਬਰਦਸਤ ਤਾਕਤ ਵਾਲਾ ਹੈ, ਨਾਲੇ ਸ਼ਰਾਬ ਪੀਤੀ ਇੰਨਾ ਹੋਇਆ ਹੈ, ਉਹ ਤਾਂ ਮੈਨੂੰ ਮਾਰ ਦੇਵੇਗਾ, ਮੈਨੂੰ ਲਤਾੜ ਦੇਵੇਗਾ, ਖਤਮ ਕਰ ਦੇਵੇਗਾ। ਉਹ ਗੁਰੂ ਦੇ ਮੁਖੀ ਸਿੰਘਾਂ ਕੋ ਜਾਂਦਾ, ਕਦੀ ਭਾਈ ਦਇਆ ਸਿੰਘ ਕੋ ਜਾਂਦਾ, ਕਦੀ ਸਾਹਿਬ ਸਿੰਘ ਕੋ ਜਾਂਦਾ, ਕਦੀ ਕਿਸੇ ਕੋਲ ਜਾਂਦਾ। ਜਾ ਕੇ ਕਹਿੰਦਾ ਵੀ ਸਤਿਗੁਰੂ ਦੇਖੋ ਮੇਰੇ 'ਤੇ ਕਿੱਦਾਂ ਦਾ ਹੁਕਮ ਲਾ ਗਏ ਵੀ ਕਦੀ ਇਹ ਗੱਲ ਹੋ ਸਕਦੀ ਹੈ ਵੀ ਇੱਕ ਆਮ ਬੰਦਾ ਜਿਹੜਾ ਹੈ ਉਹ ਹਾਥੀ ਦੇ ਨਾਲ ਮੁਕਾਬਲਾ ਕਰ ਲਵੇ। ਭਾਈ ਦਇਆ ਸਿੰਘ ਜੀ ਹੋਰ ਪਿਆਰੇ ਵੀ ਕਹਿੰਦੇ ਨੇ ਜੇ ਸਤਿਗੁਰੂ ਨੇ ਤੈਨੂੰ ਚੁਣਿਆ, ਸੇਵਾ ਲਈ ਹੈ, ਕੁਝ ਸੋਚ ਸਮਝ ਕੇ ਚੁਣਿਆ ਹੋਏਗਾ, ਤੂੰ ਡਰ ਨਾ, ਤੂੰ ਘਬਰਾ ਨਾ, ਨਾਲੇ ਤੂੰ ਥੋੜ੍ਹੋ ਕਰਨਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰੂ ਤੇ ਆਪ ਕਰਦਾ, ਤੂੰ ਡਰ ਨਾ। ਕਹਿੰਦਾ ਨਹੀਂ, ਮੈਨੂੰ ਤੇ ਮਰਾ ਦੇਣਗੇ ਸਤਿਗੁਰੂ ਜੀ, ਮੈਨੂੰ ਤੇ ਸਤਿਗੁਰੂ ਜੀ ਨੇ ਖਤਮ ਕਰਨ ਦੀ ਵਿਉਂਤ ਬਣਾਈ ਹੈ, ਇਸ ਕਰਕੇ ਮੈਂ ਇਹ ਕਾਰਜ ਨਹੀਂ ਕਰ ਸਕਦਾ। ਸਿੱਖਾਂ ਨੇ, ਗੁਰੂ ਦੇ ਸਿੰਘਾਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਸਮਝਿਆ ਨਾ। ਜਿਸ ਜਥੇ ਦੇ ਨਾਲ ਉਹ ਅਨੰਦਪੁਰ ਸਾਹਿਬ ਆਇਆ ਸੀ, ਕਹਿੰਦਾ ਵੀ ਭੱਜ ਚਲੀਏ, ਅਨੰਦਪੁਰ ਸਾਹਿਬ ਤੋਂ ਭੱਜ ਚਲੀਏ, ਗੁਰੂ ਨੇ ਮਰਾ ਦੇਣਾ। ਕਿ ਮੂਸਾ ਡਰਿਆ ਮੌਤ ਤੋਂ, ਮੌਤ ਅੱਗੇ ਖੜੀ। ਜਿਹੜੀ ਮੌਤ ਤੋਂ ਬੰਦਾ ਡਰਦਾ ਹੈ ਉਸ ਮੌਤ ਨੇ ਬਖਸ਼ਣਾ ਥੋੜ੍ਹੋ। ਸਮਾਂ ਸਥਾਨ ਤੇ ਕਾਰਨ ਬਣਨਾ ਹੀ ਬਣਨਾ, ਸਮਾਂ ਸਥਾਨ ਤੇ ਕਾਰਨ ਬਣਨਾ ਹੀ ਬਣਨਾ। ਜਿੱਥੇ ਮਰਜ਼ੀ ਦੌੜ ਕੋਈ ਲਾ ਲਵੇ, ਜਿੱਥੇ ਮਰਜ਼ੀ ਭੱਜ ਲਵੇ, ਕਾਲ ਉਹਨੂੰ ਉੱਥੋਂ ਹੀ ਦਬੋਚ ਕੇ ਖਿੱਚ ਲਿਆਏਗਾ। ਧਿਆਨ ਦੇਣਾ, ਜਿੱਥੇ ਮਰਜ਼ੀ ਦੁਨੀਆ ਦੇ ਕੋਨੇ ਵਿੱਚ ਚਲਾ ਜਾਏ। ਕਈਆਂ ਨੂੰ ਲੱਗਦਾ ਵੀ ਹਿੰਦੁਸਤਾਨ ਦੀ ਧਰਤੀ 'ਤੇ ਰਹਿੰਦੇ ਆ, ਇੱਥੇ ਤੇ ਸਿਸਟਮ ਬੜਾ ਮਾੜਾ ਹੈ, ਆਹ ਹੋ ਜਾਂਦਾ ਹੈ, ਉਹ ਹੋ ਜਾਂਦਾ ਹੈ, ਆਹ ਹੋ ਜਾਂਦਾ ਹੈ, ਉਹ ਹੋ ਜਾਂਦਾ ਹੈ, ਇੱਥੇ ਐਕਸੀਡੈਂਟ ਹੋ ਜਾਂਦੇ ਨੇ, ਇੱਥੇ ਮੈਡੀਕਲ ਸਹੂਲਤ ਨਹੀਂ ਅੱਛੀ। ਬੜੇ ਦੇਖੇ ਨੇ ਜਿਹੜੇ VIP ਜਿਨ੍ਹਾਂ ਦੇ ਅੱਗੇ ਪਿੱਛੇ ਫੋਰਸਾਂ, ਇੱਥੇ ਉਹ ਬਾਹਰਲੇ ਮੁਲਕਾਂ ਵਿੱਚ ਜਾ ਕੇ ਐਕਸੀਡੈਂਟ ਵਿੱਚ ਖਤਮ ਹੋ ਗਏ, ਜਦ ਕਿ ਉੱਥੇ ਦਾ ਸਾਰਾ ਸਿਸਟਮ ਬੜਾ ਵਧੀਆ। ਇਹ ਸਮਾਂ ਸਥਾਨ ਕਾਰਨ ਹਰ ਇੱਕ ਦਾ ਬਣਨਾ ਹੈ। ਇਸ ਕਰਕੇ ਇਹ ਪ੍ਰਵਾਹ ਨਾ ਗੁਰੂ ਮਹਾਰਾਜ ਜੀ ਨੇ ਕਿਹਾ ਸਾਨੂੰ ਵੀ ਕਰ, ਜਦੋਂ ਤੇਰਾ ਸਮਾਂ ਆਉਣਾ ਹੈ ਉਹ ਆ ਹੀ ਜਾਣਾ ਹੈ, ਸਮਾਂ ਤੇਰਾ ਵਧੀਆ ਤਰੀਕੇ ਦੇ ਨਾਲ ਆਵੇ, ਇਹ ਬੇਨਤੀ ਕਰ। ਸਮਾਂ ਸਤਿਗੁਰੂ ਜੀ ਸੁਹਾਵਣਾ ਸਫਲ ਲਿਆਉਣ ਆਖਰੀ ਵੇਲੇ ਵਾਲਾ ਵੀ, ਇਹ ਬੇਨਤੀ ਕਰ, ਇਹ ਬੇਨਤੀ ਕਰ, ਅਤੇ ਗੁਰੂ ਜੀ ਤੈਨੂੰ ਉਹ ਸਮਾਂ ਲਿਆ ਦੇਣਗੇ। ਮੌਤ ਨੂੰ ਗਲੇ ਨਾਲ ਹਰ ਇੱਕ ਨੇ ਲਾਉਣਾ, ਜੇ ਨਹੀਂ ਕੋਈ ਲਾਉਂਦਾ ਤਾਂ ਮੌਤ ਨੇ ਗਲੇ ਪੈ ਜਾਣਾ, ਉਹ ਤਾਂ ਲਾਉਣਾ ਹੀ ਪੈਣਾ, ਉਹ ਤਾਂ ਲਾਉਣਾ ਹੀ ਪੈਣਾ। ਹੁਣ ਕਿਸੇ ਨੂੰ ਮੌਤ ਕਿੰਨਾ ਕਦਰ ਦਿੰਦੀ ਹੈ, ਘੱਟ ਦਿੰਦੀ ਹੈ, ਵੱਧ ਦਿੰਦੀ ਹੈ, ਕਿੰਨੇ % ਦਿੰਦੀ ਹੈ, ਕਿਸੇ ਨੂੰ ਕੋਈ ਪਤਾ ਨਹੀਂ। ਪਰ ਜਿਹੜਾ ਗੁਰੂ ਦਾ ਪਿਆਰਾ, ਜਿਹੜਾ ਸੱਤ ਨਾਲ ਜੁੜਿਆ, ਮਹਾਰਾਜ ਜੀ ਕਹਿੰਦੇ ਉਹਦੀ ਮੌਤ ਮੌਤ ਨਹੀਂ, ਉਹ ਤਾਂ ਜਿਵੇਂ ਫੁੱਲਾਂ ਦੀ ਸੇਜ, ਜਾਂ ਇੰਝ ਵੀ ਅਸੀਂ ਕਹਿ ਦਈਦਾ ਜਿਵੇਂ ਸੱਪ ਕੁੰਜ ਉਤਾਰਦਾ, ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜਿਵੇਂ ਕੋਈ ਇੱਕ ਕੱਪੜਾ ਚੋਲਾ ਲਾ ਕੇ ਦੂਜਾ ਧਾਰਨ ਕਰ ਲੈਂਦਾ, ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜਿਹੜਾ ਸਤ ਸਰੂਪ ਜਿਉਂਦੇ ਜੀ ਹੋ ਗਿਆ ਹੋਵੇ, ਉਹਨੂੰ ਸਰੀਰ ਛੱਡਣ ਲੱਗਿਆਂ ਵੀ ਔਖਿਆਈ ਨਹੀਂ ਹੁੰਦੀ।
ਬਿੱਲੀ ਆਪਣੇ ਬਲੂੰਗੜਿਆਂ ਨੂੰ ਆਪਣੇ ਦੰਦਾਂ ਨਾਲ ਚੁੱਕ ਕੇ ਇੱਕ ਥਾਂ ਤੋਂ ਦੂਜੀ ਜਗ੍ਹਾ ਲੈ ਜਾਂਦੀ ਹੈ। ਦੰਦ ਉਹੀ ਨੇ, ਉਹੀ ਦੰਦਾਂ ਦੇ ਵਿੱਚ ਚੂਹਾ ਆ ਜਾਏ, ਚੂਹਾ ਉਹਦਾ ਭੜਥਾ ਬਣਾ ਕੇ ਰੱਖ ਦਿੰਦੀ, ਉਹਨੂੰ ਐਨ ਮਾਰ ਦਿੰਦੀ ਹੈ, ਮਸਲ ਦਿੰਦੀ ਹੈ। ਬਿੱਲੀ ਚੂਹੇ ਦੇ ਪਿੱਛੇ ਪੈ ਜਾਏ, ਉਹੀ ਮੁੱਖ ਹੁੰਦਾ, ਜਵਾੜਾ ਹੁੰਦਾ, ਉਹੀ ਦੰਦ ਹੁੰਦੇ ਹੈ। ਪਰ ਚੂਹੇ ਦੀ ਉਹ ਮੌਤ ਬਣਦੀ ਹੈ ਉਸੇ ਹੀ ਮੂੰਹ ਦੇ ਨਾਲ ਆਪਣੇ ਬੱਚਿਆਂ ਨੂੰ, ਬਲੂੰਗੜਿਆਂ ਨੂੰ ਚੁੱਕ ਚੁੱਕ ਕੇ ਉਹ ਦੂਜੀ ਜਗ੍ਹਾ ਲੈ ਜਾਂਦੀ, ਉਹਨੂੰ ਦੰਦੀ ਵੀ ਨਹੀਂ ਲੱਗਣ ਦਿੰਦੀ, ਦੰਦ ਵੀ ਨਹੀਂ ਲੱਗਣ ਦਿੰਦੀ। ਬਸ ਇਸੇ ਤਰ੍ਹਾਂ ਹੀ ਹੈ ਮੌਤ ਜਿਹੜੀ ਹੈ, ਇਹਦੇ ਬਾਰੇ ਸੁਣਿਆ ਦੁਖਦਾਈ ਹੈ, ਪਰ ਜਦੋਂ ਅਸੀਂ ਭਗਤਾਂ ਦਾ, ਗੁਰੂਆਂ ਦਾ, ਗੁਰਸਿੱਖਾਂ ਦਾ ਜੀਵਨ ਪੜ੍ਹੀਦਾ, ਮਹਾਰਾਜ ਜੀ ਕਹਿੰਦੇ ਉਹ ਮੌਤ ਨੂੰ ਮਖੌਲ ਕਰ ਦਿੰਦੇ ਨੇ। ਮੌਤ ਵੀ ਉਹਨਾਂ ਤੋਂ ਡਰਦੀ ਹੈ, ਮੌਤ ਵੀ ਉਹਨਾਂ ਦੇ ਅੱਗੇ ਅੱਗੇ ਭੱਜਦੀ ਹੈ। ਸੋ ਇਹ ਦੁਨੀ ਚੰਦ ਕਹਿੰਦਾ ਮਰਾ ਦੇਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਮੈਨੂੰ ਨਾਲਦਿਆਂ ਨੂੰ ਕਹਿੰਦਾ ਚਲੋ ਭੱਜ ਚਲੀਏ, ਭੱਜ ਚਲੀਏ। ਕਿੱਥੇ ਭੱਜੇਗਾ ਵੇ? ਕਹਿੰਦੇ ਵੀ ਇਹ ਰਸਾ ਲਮਕਾਇਆ ਕਿਲੇ ਤੋਂ ਬਾਅਦ, ਇਹਦੇ ਨਾਲ ਦੇ ਸਾਥੀ ਵਨ ਬਾਏ ਵਨ ਇੱਕ ਇੱਕ ਕਰਕੇ ਉਤਰਨ ਲੱਗੇ। ਇਹਦਾ ਸਰੀਰ ਸੀ ਬੜਾ ਭਾਰਾ, ਮੋਟਾ, ਤਗੜਾ, ਤੇ ਉਤਰਨ ਲੱਗਾ, ਵਿਚਾਰਾ ਡਿੱਗ ਗਿਆ। ਕਿਸੇ ਨੇ ਕਿਹਾ ਇਹਦੀ ਲੱਤ ਟੁੱਟ ਗਈ, ਆਹ ਹੋ ਗਿਆ, ਵਿਚਾਰੇ ਕੋਲ ਤੁਰਿਆ ਵੀ ਨਾ ਜਾਏ। ਘੋੜਿਆਂ ਤੇ ਬਿਠਾ ਵਟੋ ਕੇ ਇਹਨੂੰ ਇਹਦੇ ਪਿੰਡ ਲੈ ਗਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ। ਉਹ ਤੇ ਦੌੜ ਗਿਆ, ਭੱਜ ਗਿਆ। ਮਹਾਰਾਜ ਜੀ ਮੁਸਕਰਾ ਕੇ ਕਹਿੰਦੇ, ਜਿਸ ਮੌਤ ਤੋਂ ਭੱਜਿਆ, ਮੌਤ ਅੱਗੇ ਹੀ ਖੜੀ ਹੈ, ਮੌਤ ਅੱਗੇ ਹੈ, ਮੌਤ ਅੱਗੇ ਹੈ। ਬਸ ਕਹਿੰਦੇ ਉਹ ਗਿਆ ਆਪਣੇ ਘਰ। ਕੋਈ ਕਹਿੰਦੇ ਵੀ ਉਹ ਮੰਜੇ ਤੇ ਲੰਮਾ ਪੈ ਗਿਆ, ਕਿਸੇ ਨੇ ਲਿਖਿਆ ਉਸ ਨੂੰ ਸੱਪ ਨੇ ਡੰਗ ਦਿੱਤਾ। ਕਹਿਣ ਦਾ ਭਾਵ ਵੀ ਛੇਤੀ ਹੀ ਉਹ ਕੁਝ ਦਿਨਾਂ ਦੇ ਵਿੱਚ ਹੌਲੀ ਹੌਲੀ ਨਿਗਰਦਾ ਨਿਗਰਦਾ ਕਮਜ਼ੋਰ ਹੁੰਦਾ ਹੁੰਦਾ ਉਹਦੀ ਮੌਤ ਹੋ ਗਈ। ਜੇ ਗੁਰੂ ਦੇ ਘਰ ਉਹ ਮਰਦਾ, ਮਤਲਬ ਜੇ ਗੁਰੂ ਦੇ ਘਰ ਉਹ ਸ਼ਹੀਦ ਹੁੰਦਾ, ਤੇ ਅੱਜ ਜਿਵੇਂ ਬਾਕੀ ਸ਼ਹੀਦਾਂ ਦਾ ਨਾਮ ਲਿਆ ਜਾਂਦਾ, ਉਹਦਾ ਵੀ ਨਾਮ ਲਿਆ ਜਾਂਦਾ। ਪਰ ਇਹ ਬਚਨ ਚੱਲ ਰਿਹਾ, ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਾਹੀ, ਤਿਨਾ ਮੂੰਹ ਭਲੇਰੇ ਫਿਰੇ ਦਏ ਗਾਲੇ। ਉਹਨਾਂ ਦੇ ਮੂੰਹ ਭ੍ਰਿਸ਼ਟੇ ਹੁੰਦੇ ਨੇ, ਮਾਲਕ ਵੱਲੋਂ ਫਟਕਾਰੇ ਹੁੰਦੇ ਨੇ, ਤੇ ਉਹਨਾਂ ਨੂੰ ਢੋਈ ਨਹੀਂ ਮਿਲਦੀ। ਇਸ ਕਰਕੇ ਗੁਰੂ ਤੋਂ ਫਟਕਾਰੇ ਹੋਏ ਨੂੰ ਸੱਚੇ ਪਾਤਸ਼ਾਹ ਕਹਿੰਦੇ ਢੋਈ ਨਹੀਂ ਮਿਲਦੀ। ਗੁਰੂ ਨੂੰ ਕਦੀ ਵੀ ਪਿੱਠ ਨਹੀਂ ਦੇਣੀ ਚਾਹੀਦੀ, ਗੁਰੂ ਨਾਲ ਕਦੇ ਵੀ ਨਾਰਾਜ਼ ਨਹੀਂ ਹੋਣਾ ਚਾਹੀਦਾ। ਤੁਸੀਂ ਮੇਰੇ ਨਾਲ ਨਾਰਾਜ਼ ਹੋ ਜਾਓ, ਕੋਈ ਗੱਲ ਨਹੀਂ। ਤੁਸੀਂ ਗੁਰਦੁਆਰੇ ਦੇ ਕਿਸੇ ਪ੍ਰਬੰਧਕ ਨਾਲ ਨਾਰਾਜ਼ ਹੋ ਜਾਓ, ਕੋਈ ਗੱਲ ਨਹੀਂ। ਪਰ ਜਿਹੜਾ ਗੁਰੂ ਹੈ ਨਾ, ਇਹਦੇ ਨਾਲ ਨਾਰਾਜ਼ ਹੋ ਕੇ ਨਾ, ਕੋਈ ਕਹਿੰਦੇ ਕਦੀ ਕੋਈ ਗੱਲਬਾਤ ਹੋ ਜੇ, ਕਈ ਗੁਰਦੁਆਰੇ ਨਹੀਂ ਆਉਂਦੇ, ਸਿੱਧੀ ਗੱਲ ਹੈ। ਲਓ ਜੀ, ਕੋਈ ਕਿਸੇ ਸੇਵਾਦਾਰ ਨਾਲ ਨਾਰਾਜ਼ ਹੋ ਗਿਆ, ਉਹਨੇ ਤੇ ਮੈਨੂੰ ਆਹ ਗੱਲ ਕਹਿਤੀ, ਗੁਰਦੁਆਰੇ ਨਹੀਂ ਜਾਣਾ। ਨਹੀਂ ਨਹੀਂ, ਜਿਸ ਦੇ ਕੋਲ ਜਾਣਾ ਰਿਸ਼ਤਾ ਤੇ ਉਹਦਾ ਹੈ। ਮੈਂ ਵੀ ਗਲਤ ਹੋ ਸਕਦਾ, ਦੂਜਾ ਤੀਜਾ, ਅਸੀਂ ਸਾਰੇ ਗਲਤ ਹੋ ਸਕਦੇ ਹਾਂ, ਕਿਉਂਕਿ ਅਸੀਂ ਇਨਸਾਨ ਹਾਂ। ਪਰ ਸਾਡਾ ਰਿਸ਼ਤਾ ਗੁਰੂ ਦੇ ਨਾਲ। ਅਸੀਂ ਇੱਥੇ ਕਿਹਦੇ ਕੋਲ ਆਉਂਦੇ ਹਾਂ? ਗੁਰੂ ਦੇ ਕੋਲ। ਅਸੀਂ ਗੁਰੂ ਦੇ ਕੋਲ ਆਉਣਾ, ਨਾ ਕਿ ਕਿਸੇ ਇਨਸਾਨ ਦੇ ਕੋਲ ਆਉਣਾ। ਨਾ ਤੁਸੀਂ ਮੇਰੇ ਕੋਲ ਆਉਣਾ, ਨਾ ਕਿਸੇ ਹੋਰ ਕੋਲ। ਸਿਰਫ ਗੁਰੂ ਦੇ ਕੋਲ ਆਉਣਾ ਹੈ, ਗੁਰੂ ਦੀ ਬਖਸ਼ਿਸ਼ ਕਰਨੀ ਹੈ। ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਸਭ ਦਾ ਹੈ। ਇਸ ਕਰਕੇ ਗੁਰੂ ਨਾਨਕ ਦਾ ਦਰ ਨਹੀਂ ਛੱਡੀਦਾ, ਭਾਵੇਂ ਜੋ ਮਰਜ਼ੀ ਹੋ ਜਾਏ। ਧਿਆਨ ਦੇਣਾ। ਮਾਲਕ ਦੇਖੋ, ਘਰ ਦੇ ਵਿੱਚ ਕੁੱਕਰ ਰੱਖਿਆ ਹੁੰਦਾ ਨਾ, ਬਾਣੀ ਵਿੱਚ ਕੁੱਕਰ ਦੀ ਉਦਾਹਰਨ ਦਿੱਤੀ ਹੈ। ਕਈ ਵਾਰ ਕੁੱਕਰ ਨਾ ਇਸ ਤਰ੍ਹਾਂ ਦੀ ਕੋਈ ਗਲਤ ਸ਼ਰਾਰਤ ਕਰ ਦਿੰਦਾ ਹੈ, ਉਹਨੂੰ ਮਾਲਕ ਕਈ ਵਾਰ ਡੰਡਿਆਂ ਦੇ ਨਾਲ ਝੰਬਦਾ ਹੈ, ਕੁੱਟਦਾ, ਮਾਰਦਾ, ਪਰ ਉਹ ਫਿਰ ਵੀ ਨਾ ਚੀਕਾਂ ਮਾਰ ਕੇ ਹੌਲੀ ਹੌਲੀ ਚੀਕ ਕੱਢਦਾ ਕੱਢਦਾ ਵਿਚਾਰਾ ਫਿਰ ਆਪਣੇ ਮਾਲਕ ਦੇ ਪੈਰਾਂ ਨੂੰ ਚੱਟੀ ਜਾਂਦਾ, ਪੂਛ ਹਿਲਾਈ ਜਾਂਦਾ, ਉਹਦੇ ਨਾਲ ਆਪਣਾ ਸਿਰ ਵੀ ਲਾ ਦਿੰਦਾ। ਕਈ ਵਾਰ ਅੱਖਾਂ ਵਿੱਚੋਂ ਕੁੱਕਰ ਜਿਹੜਾ ਅਥਰੂ ਵੀ ਘੇਰਦਾ, ਉਹਨੂੰ ਮਾਲਕ ਨਾਲ ਇੰਨਾ ਪਿਆਰ ਹੁੰਦਾ। ਬੁੱਲਾ ਸ਼ਾਹ ਕਹਿੰਦਾ ਭਾਵੇਂ 100 ਮਾਰਨ ਜੁੱਤੇ ਤੇਥੋਂ ਉੱਤੇ। ਬੁੱਲਾ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿੰਦਾ, ਤੂੰ ਨਾ ਮਾਲਕ ਨਾਲ ਨਾਰਾਜ਼ ਹੋ ਜੀ ਕਿ ਨਿੱਕੀ ਜੀ ਕੋਈ ਗੱਲ ਤੋਂ, ਦੁੱਖ ਤੋਂ, ਤਕਰਾਰ ਤੋਂ।
ਉਹ ਮਾਲਕ ਦਾ ਦਰ ਨਹੀਂ ਛੱਡਦੇ, ਭਾਵੇਂ 100 ਮਾਰਨ ਜੁੱਤੇ, ਤੇਤੋਂ ਉੱਤੇ ਉੱਠਿਆ ਬੋਲਿਆ ਸਾਈਂ ਨੂੰ ਮਨਾ ਲਾ, ਨਹੀਂ ਤੇ ਬਾਜੀ ਲੈ ਕੇ ਕੁੱਤੇ ਤੇਤੋਂ ਉੱਤੇ। ਇੰਝ ਨਾ ਹੋ ਜਾਏ ਵੀ ਉਹ ਜਿਹੜਾ ਕੁੱਕਰ ਹੈ ਉਹ ਬਾਜੀ ਲੈ ਜਾਏ ਤੇ ਤੂੰ ਇਸ ਸੰਸਾਰ ਦੇ ਵਿੱਚੋਂ ਐਵੇਂ ਚਲਾ ਜਾਵੇਂ। ਇਸ ਕਰਕੇ ਗੁਰੂ ਨੂੰ ਕਦੇ ਵੀ ਪਿੱਠ ਨਹੀਂ ਦੇਈਦੀ, ਗੁਰੂ ਤੋਂ ਕਦੇ ਵੀ ਨਾਰਾਜ਼ ਨਹੀਂ ਹੋਈਦਾ, ਗੁਰੂ ਤੋਂ ਕਦੇ ਵੀ ਦੂਰ ਨਹੀਂ ਜਾਈਦਾ। ਸਾਡੇ ਕੋਲ ਹੋਰ ਥਾਂ ਕਿਹੜਾ? ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਗੁਰੂ ਦੇ ਘਰ ਦੇ ਵਿੱਚ ਜਿੰਨੇ ਸਿੱਖ ਰਹਿੰਦੇ ਸੀ ਨਾ, ਆਸ ਵਿੱਚ ਉਹਨਾਂ ਦੀ ਕਈ ਵਾਰ ਲੱਗਦੀ ਹੁੰਦੀ ਸੀ, ਤਕਰਾਰ ਹੁੰਦਾ ਸੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਰਹਿੰਦੇ ਸੀ। ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਮੈਂ ਜੀਵਨ ਵੀ ਪੜ੍ਹਿਆ, ਸੁਣੀਦਾ। ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ, ਹਾਲਾਤ ਬਣ ਜਾਂਦੇ ਸੀ, ਕਈ ਵਾਰ ਕੁਝ ਆਪਸ ਵਿੱਚ ਵੀ ਭਿੜ ਜਾਂਦੇ ਸੀ ਕਈ ਕਾਰਨਾਂ ਕਰਕੇ, ਪਰ ਉਹ ਗੁਰੂ ਦਾ ਦਰ ਨਹੀਂ ਸੀ ਛੱਡਦੇ। ਢਾਡੀ ਦਰ ਪਰਬ ਮੰਗਣਾ ਦਰ ਕਦੇ ਨਾ ਛੋੜੇ। ਜਿਨ੍ਹਾਂ ਨੇ ਗੁਰੂ ਨਾਲ ਮਿਲਣਾ ਹੁੰਦਾ ਉਹ ਗੁਰੂ ਦਾ ਦਰ ਨਹੀਂ ਛੱਡਦਾ, ਭਾਵੇਂ ਕੁਝ ਵੀ ਹੋਵੇ, ਭਾਵੇਂ ਵਡਿਆਈ ਮਿਲੇ ਨਾ ਮਿਲੇ, ਭਾਵੇਂ ਨਰਾਦਰੀ ਮਿਲੇ, ਭਾਵੇਂ ਜੋ ਕੁਛ ਮਰਜ਼ੀ ਮਿਲੇ, ਕਿਉਂਕਿ ਗੁਰੂ ਨੇ ਜਿਸ ਦਿਨ ਪਾਸ ਕਰਨਾ ਉਸ ਦਿਨ ਉਸ ਨੇ ਇਸ ਨੂੰ ਨਰਾਦਰੀ ਵੀ ਦੇਣੀ ਹੈ। ਉਸ ਦਿਨ ਗੁਰੂ ਨੇ ਪਰਖ ਚੋਂ ਜਦੋਂ ਪੂਰਾ ਕੱਢਣਾ, ਉਸ ਵੇਲੇ ਗੁਰੂ ਨੇ ਦੁੱਖ ਵੀ ਦੇਣਾ, ਕਿਉਂਕਿ ਪਰਚੇ ਔਖੇ ਹੁੰਦੇ ਨੇ। ਬੱਚਿਆਂ ਨੂੰ ਡਰ ਲੱਗਦਾ ਹੈ, ਸਾਨੂੰ ਸਾਰਿਆਂ ਨੂੰ ਡਰ ਲੱਗਦਾ ਹੁੰਦਾ ਸੀ ਜਦੋਂ ਫਾਈਨਲ ਐਗਜ਼ਾਮ ਹੁੰਦਾ ਸੀ। ਇਸ ਕਰਕੇ ਜਿਹੜਾ ਪੇਪਰ ਉਹਦਾ ਨਾਂ ਹੀ ਜਿਹੜਾ ਉਹ ਡਰ ਦਾ ਨਾਂ ਹੈ। ਅਤੇ ਜਦ ਗੁਰੂ ਦਾ ਪੇਪਰ ਆਉਂਦਾ ਫਿਰ ਪ੍ਰੋਬਲਮਸ ਆਉਂਦੀਆਂ ਨੇ, ਪਰ ਉਹ ਪਾਸ ਹੋਣ ਵਾਲਾ ਸਮਾਂ ਹੁੰਦਾ, ਉਹ ਗੁਰੂ ਦੇ ਨਾਲ ਮਿਲਣ ਵਾਲਾ ਸਮਾਂ ਹੁੰਦਾ। ਜਦੋਂ ਪੰਜਾਂ ਨੇ ਸੀਸ ਦਿੱਤਾ ਫਿਰ ਪੰਜੇ ਉਸ ਦਿਨ ਹੀ ਰੂਪ ਬਣ ਗਏ। ਤੁਰੇ ਤੇ ਕਦੋਂ ਦੇ ਸੀ? ਉਸ ਦਿਨ ਬਹੁਤ ਵੱਡਾ ਪਰਚਾ ਹੋਇਆ ਸੀ ਪੰਜਾਂ ਦਾ। ਜਿਵੇਂ ਹੁਣ ਵਿਸਾਖੀ ਆ ਰਹੀ ਹੈ ਨਾ, 13 ਅਪ੍ਰੈਲ ਖਾਲਸਾ ਸਾਜਨਾ ਦਿਵਸ, ਕਿੱਡਾ ਵੱਡਾ ਪਰਚਾ ਹੋਇਆ ਸੀ ਉਹਨਾਂ ਦਾ। ਅਤੇ ਜਦੋਂ ਉਹ ਪਰਚੇ ਦੇ ਵਿੱਚੋਂ ਦੇਖਣ ਵਾਲੇ ਕਹਿੰਦੇ ਏਡਾ ਵੱਡਾ ਪਰਚਾ, ਕੁਣਕੇ ਦੇ ਯਾਰ ਸਭ ਭੱਜ ਗਏ ਕਿ ਨਿੰਦਿਆ ਕਰਨ ਵਿੱਚ ਲੱਗ ਗਏ। ਅਤੇ ਗੁਰੂ ਫਿਰ ਕਹਿੰਦੇ ਆਓ ਤੁਹਾਡਾ ਅਸੀਂ ਸੀਸ ਵੱਢਦੇ। ਅਤੇ ਫਿਰ ਗੁਰਾਂ ਨੇ ਏਡਾ ਵੱਡਾ ਪਰਚੇ ਤੋਂ ਬਾਅਦ ਆਪ ਨਮਸਕਾਰ ਕੀਤੀ ਸੀ ਉਹਨਾਂ ਨੂੰ, ਪਰਚੇ 'ਚੋਂ ਪਾਸ ਹੋਣ ਵਾਲਿਆਂ ਨੇ। ਫਿਰ ਗੁਰੂ ਪਰਚਾ ਪਾਉਂਦਾ, ਉਹਦੇ ਲਈ ਕੋਈ ਨਾ ਕੋਈ ਉਸਨੇ ਐਸੀ ਚੀਜ਼ ਕਰ ਦੇਣੀ ਹੈ, ਜਿਹੜੀ ਚੀਜ਼ ਜਿਹੜੀ ਹੈ ਉਹ ਮਨੁੱਖ ਕਹਿੰਦਾ ਛੱਡੋ ਜੀ ਛੱਡੋ ਪਰਾਂ, ਇਹਦੇ ਵਿੱਚ ਕੀ ਰੱਖਿਆ, ਇਹਦੇ ਵਿੱਚ ਕੀ ਰੱਖਿਆ। ਸੋ ਉਹ ਦੁਨੀ ਚੰਦ ਚਲਾ ਗਿਆ ਆਪਣੇ ਪਿੰਡ ਤੇ ਉਹਦੀ ਹੋ ਗਈ ਮੌਤ, ਉਹ ਮਰ ਗਿਆ। ਤੇ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਚੱਲ ਰਿਹਾ, ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਾਹੀਂ, ਤਿਨਾਂ ਮੂੰਹ ਭਲੇਰੇ ਫਿਰਦੇ ਗਾਲੇ। ਉਹਨਾਂ ਦੇ ਮੂੰਹ ਕਾਲੇ ਕਹਿ ਦਈਏ, ਭ੍ਰਿਸ਼ਟੇ ਕਹਿ ਲਈਏ, ਆਪਣੇ ਖਸਮ ਆਪਣੇ ਮਾਲਕ ਵੱਲੋਂ ਫਟਕਾਰੇ ਜਾਂਦੇ ਨੇ। ਉਹਨਾਂ ਨੂੰ ਨਾ ਇੱਥੇ ਢੋਈ ਮਿਲਦੀ ਹੈ ਨਾ ਦਰਗਾਹ ਦੇ ਵਿੱਚ ਉਹਨਾਂ ਨੂੰ ਢੋਈ ਮਿਲਦੀ ਹੈ। ਇਹ ਸੇਵਾ ਫਿਰ ਭਾਈ ਬਚਿੱਤਰ ਸਿੰਘ ਕਹਿੰਦੇ ਦੁਬਲਾ ਪਤਲਾ ਸਿੰਘ ਸੀ, ਦੇਖਣ ਨੂੰ ਕਮਜ਼ੋਰ ਲੱਗਦਾ ਸੀ, ਕੋਈ ਜਵਾਨ ਨਹੀਂ ਸੀ, ਉੱਚਾ ਲੰਮਾ ਨਹੀਂ ਸੀ। ਮੈਂ ਪਹਿਲਾਂ ਬੇਨਤੀ ਕੀਤੀ ਉੱਚੇ ਲੰਮੇ ਨੂੰ ਕੀ ਕਰਨਾ, ਉੱਚੇ ਲੰਮੇ ਦੀ ਗੱਲ ਨਹੀਂ, ਨਾ ਕੋਈ ਛੋਟਾ ਪਤਲਾ ਮਾੜਾ, ਨਾ ਕੋਈ ਉੱਚਾ ਲੰਮਾ ਮਾੜਾ, ਸਾਰੇ ਚੰਗੇ ਨੇ। ਜਿਹਦੇ ਕਰਮ ਚੰਗੇ ਨੇ ਕੋਈ ਵੀ ਹੋਵੇ ਉਹ ਚੰਗਾ ਹੀ ਹੈ। ਜਿਹਦੇ ਕਰਮ ਚੰਗੇ ਨਹੀਂ, ਚਾਹੇ ਉਹ ਪਤਲਾ ਮਾੜਾ ਹੋਵੇ, ਛੋਟਾ ਹੋਵੇ, ਵੱਡਾ ਹੋਵੇ, ਮੋਟਾ ਹੋਵੇ, ਉਹ ਮਾੜਾ ਹੀ ਮਾੜਾ। ਕਰਮ ਤੈਅ ਕਰਦੇ ਨੇ ਬੰਦੇ ਦੀ ਚੰਗਿਆਈ ਨਹੀਂ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਸੀ ਭਾਈ ਬਚਿੱਤਰ ਸਿੰਘ ਜੀ ਵੱਲ, ਅਤੇ ਭਾਈ ਬਚਿੱਤਰ ਸਿੰਘ ਦੌੜ ਕੇ ਆਏ ਸੀ, ਭੱਜ ਕੇ ਆਏ ਸੀ। ਦੌੜ ਕੇ ਆਉਂਦਾ, ਭੱਜ ਕੇ ਆਉਂਦਾ, ਜਿਹੜਾ ਉਹਨੂੰ ਟੀਚਰ ਮਨੀਟਰ ਬਣਾ ਲੈਂਦਾ। ਉਹ ਫਿਰ ਟੀਚਰ ਕਹਿੰਦਾ ਤੂੰ ਇਹਨਾਂ ਦੀਆਂ ਕਾਪੀਆਂ ਵੀ ਚੈੱਕ ਕਰ ਦੇ, ਇਹਨਾਂ ਦੀ ਹਾਜ਼ਰੀ ਵੀ ਲਾ ਦੇ। ਜਦੋਂ ਟੀਚਰ ਬੱਚੇ ਨੂੰ ਮਨੀਟਰ ਬਣਾ ਦਿੰਦਾ, ਕਈ ਵਾਰ ਮਨੀਟਰ ਤੁਸੀਂ ਦੇਖੋ ਉਹ ਸਾਰੇ ਬੱਚਿਆਂ ਨੂੰ ਕਹਿੰਦੇ ਚਲੋ ਸਿੱਧੇ ਬੈਠੋ ਹਾਜ਼ਰੀ ਲਵਾਓ, ਉਹ ਆਪਣੀ ਸਾਰੀ ਪਾਵਰ ਤਾਕਤ ਜਿਹੜੀ ਹੈ ਨਾ ਮਨੀਟਰ ਨੂੰ ਦੇ ਦਿੰਦਾ। ਕਿਉਂ ਦਿੰਦਾ? ਉਹਦੀ ਯੋਗਤਾ ਦੇਖ ਕੇ,
अपनी ताकत दे दिंदा मास्टर भी तू इन्हां दी मेरे आउण तो पहला सारियां दी हाज़री ला दी, इन्हां दियां कापियां भी खिला के रखी, तो कई बार कह दिंदा तू इन्हां दी कापियां भी चैक कर लई, और मनीटर कई बार नंबर भी ला देंदे हुंदे सी। जिहड़े मनीटर बने होणगे उन्हां नूं पता है। सो गुरु जदों मनीटर बनाउंदा है ना सानू, ऐसा मतलब साडा अपना सेवादार उन्होंने अपनी पावर दे दिंदा है। जे कोई कहे मैं अपनी ताकत नाल लड़ लवां तो अपनी ताकत नाल नहीं कोई लड़ सकदा। आ जलंधर लागे जिहड़ा करतारपुर, इत्थे एक थोड़े जे पठान आए छेवें पातशाह को, उन्हां दे नाल एक 9 साल का बच्चा सी, लंबियां लंबियां बाहां ओहदियां, लंबा शरीर। पठाना नूं कहंदे गुरु हरगोबिंद महाराज जी कहंदे सच्चे पातशाह कहंदे भी आ मुंडा कौन है लड़का? पठान कहंदे भी ये साडा भाणजा है, इहदे माँ प्यो नहीं हैगे। महाराज जी कहंदे अच्छा तुहाडा भाणजा है, इहदे माँ प्यो है नहीं, फिर इहनूं सानूं दे दिओ। कहंदे सत बचन सच्चे पातशाह रख लो, कहंदे असीं अपने पुत्र वांगू रख लांगे इनू। वो कहंदे सच्चे पातशाह कहंदे जिद्दां दी इहदी बॉडी है ना, ये बड़ा बड़ा योद्धा ते सूरमा बन सकदा है। सतगुरु जी मैं पहला भी बेनती की, जिस शरीर दे विच ताकत है, दम है, तो सेवा लई, कौम लई, देश लई जां किसी भी भलाई दे कारज विच लग जाए तां डौलियां दे विच ताकत दा फायदा है। लोकां दे नाल गंडासियां दे नाल लड़न दे लई ताकत नहीं है। मोटरसाइकिलों ते बैठ के ते वो पटाके पाउण वास्ते जे ताकत है तो फिर ये सही नहीं है। ये ताकत भले लई वरती जानी चाहिए है, सेवा दे लई वरती जानी चाहिए है, नहीं तो ये ताकत किसी काम दी नहीं है। सो महाराज जी ने उस बच्चे नूं आप पालना शुरू किया, उन्होंने खुराक देनी शुरू की, स्पैशल खुराक बदाम शरदाई होर दुध घ्यो जिन्ना भी दे सकते सी उसनूं दिता। कहंदे वो 16 साल की उम्र में एडा जवान हो गया, बड़ा उच्चा 6.5-7 फुट के, तो मीरी पीरी दे मालक भी सी। 40 प्लस 40 प्लस 40 80 3 मन का महाराज जी का शरीर का वेट सी। गुरु हरगोबिंद महाराज जी इन्नी ताकत सी। कहते जो घोड़े ते गुरु हरगोबिंद महाराज जी सवार होंदे सी, घोड़ा लिफदा सी, ते जे कोई सिक्के नूं अपने हाथ विच फड़ के मल दें तो टेढ़ा हो जाता सी। इन्नी ताकत सी गुरु हरगोबिंद महाराज जी, जिन्हों एक बारी तलवार मारदे सी धरती दे विच चली जाती सी, उसनूं चीरदी होई। ताकत बड़ी लिखिया इतिहास विच छेवें पातशाह, क्योंकि बाबे बुढ़े जी की बख्शिश भी है ना, भजन कीता सी दल भंजन गुर सूरमा वड योद्धा वाहो पर बगारी क्या सी बाबे ने। बाबे का बचन होया सी ऐदां दा मां तेरी कुख चों लाल पैदा होएगा, एक सट नाल फ्यों के रख देगा दुश्मन दे सीस। ऐडा योद्धा फिर उच्चा लम्मा गभरू सोहना, गल शरीरां दी नहीं पर शरीर करके भी छेवें पातशाह बहुत सुंदर सन। जिहड़ा एक वारी देख लैंदा सी वो कहंदा गुरु दा ही हो जावां। जे कौला आई सी तो गई नहीं सी मुड़ के मुसलमान नहीं, चलो हुण समा नहीं। जिहड़ा गुरु गोबिंद महाराज जी दे गुरु हरगोबिंद पातशाह जी दे दीदार करदा सी अंतर आत्मा करके, केवल शरीर करके नहीं, अंदरूनी प्रेम चाव करके गुरु दा हो जांदा सी। सो एक गभरू एडा जवान हो गया, गल चल रही है गुरु की बख्शिश की, वो बख्शिश तो बगैर कुछ भी नहीं। महाराज जी ने पहली लड़ाई दे विच इहनूं अपने नाल लिया, इहदा नाम सी पैंदे खां। महाराज जी ने पहली जित प्राप्त की, इहने बड़ी वधिया तरीके दे नाल महाराज जी ने आप सारे दाव पेच नूं सिखाए सी, तलवार चलाउणी, तीर चलाउणे, वार करना, रोकना, सब कुछ सिखाया सी। ये जदों पहली जंग जित के महाराज दे नाल आया तो फिर आके अपनी थोड़ी जी वड़ियाई कर लग गया सिखां दे विच। कहंदा मैं फिर देखिया किदां जोर दिखाए, कहंदा मैं वैसे बड़ी ताकत नाल लड़िया, जे मैं वैसे विच लड़दा ना तो गुरु हरगोबिंद महाराज जी की जित नहीं सी होनी। सिख कहंदे महाराज जी यह तुहाडा जिहड़ा लाडला इदां कहंदा
जे गुरु हरगोबिंद महाराज जी कहते जित नहीं सी होनी, महाराज जी कहते ये तो ये अहंकार आ गया भाई, इनू तो कढ़ना पैना। महाराज जी कहते भी पुत जा मामिया नू मिलिया, मामिया को जाया कुछ दिन, कहता अच्छा जी ठीक है, 7 वचन। ਉਹਦੇ ਜਾਣ ਤੋਂ ਬਾਅਦ गुरु हरगोबिंद महाराज जी ने एक जंग जित ਲਈ। ਜਦੋਂ ਉਹ ਵਾਪਸ ਆਇਆ ਤੇ ਫਿਰ ਸਿੱਖਾਂ ਨੇ ਵੀ ਮਖੌਲ ਕੀਤਾ, ਕਹਿੰਦਾ ਲੈ ਬਈ ਹੁਣ ਕਿੱਦਾਂ ਜੰਗ ਜਿੱਤ ਲਈ, ਹੁਣ ਤੇ ਤੂੰ ਹੈ ਹੀ ਨਹੀਂ ਸੀ ਵਿੱਚ। ਉਹਦੇ ਮਨ ਵਿੱਚ ਈਰਖਾ ਜਿਹੀ, ਨਫ਼ਰਤ ਜਿਹੀ ਪੈਦਾ ਹੋ ਗਈ ਪੈਂਦੇ ਖਾਂ ਦੇ। ਉਹ ਗੁਰੂ ਮਹਾਰਾਜ ਜੀ ਦੇ ਨਾਲ ਲੱਗਣ ਲੱਗ ਗਿਆ। ਗੁਰੂ ਮਹਾਰਾਜ ਜੀ ਨੇ ਆਪ ਪਾਲਿਆ ਪੈਂਦੇ ਖਾਂ ਨੂੰ, ਪਰ ਲੱਗਣ ਲੱਗ ਪਿਆ ਵਿੱਚੋਂ ਈਰਖਾ, ਨਫ਼ਰਤ ਕਰਨ ਲੱਗ ਪਿਆ। ਇੱਥੋਂ ਤੱਕ ਉਹਦੀ ਨਫ਼ਰਤ ਵੱਧ ਗਈ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ। ਉਹ ਤੁਰਕਾਂ ਦੇ ਨਾਲ, ਮੁਗਲਾਂ ਦੇ ਨਾਲ ਮਿਲ ਗਿਆ, ਦੁਸ਼ਮਣਾਂ ਨਾਲ ਮਿਲ ਗਿਆ। ਦੁਸ਼ਮਣਾਂ ਨਾਲ ਮਿਲ ਕੇ ਮੈਦਾਨੇ ਜੰਗ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਲਲਕਾਰੇ ਮਾਰਨ ਲੱਗਾ। ਆਪਣਾ ਪਾਲਿਆ ਹੋਇਆ ਪੁੱਤਰਾਂ ਦੇ ਵਾਂਗ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਕਹਿੰਦਾ ਆਓ ਮੇਰੇ ਸਾਹਮਣੇ ਲੜੋ ਮੇਰੇ ਨਾਲ, ਕਿਉਂਕਿ ਜਵਾਨ ਬੜਾ ਸੀ, ਤਾਕਤਵਰ ਵੀ ਬੜਾ ਸੀ। ਸਾਰੇ ਦਾਅ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸਿਖਾਏ ਹੋਏ ਸਨ। ਪਰ ਮੈਂ ਪਹਿਲਾਂ ਸ਼ੁਰੂ 'ਚ ਬੇਨਤੀ ਕੀਤੀ, ਮਿਹਰ ਤੋਂ ਬਗੈਰ ਬੰਦਾ ਕੱਖ ਦਾ ਨਹੀਂ। ਚਾਹੇ ਉਹ ਕਰੋੜਪਤੀ ਹੋਵੇ, ਚਾਹੇ ਉਹ ਦੁਨੀਆ ਦੇ ਵਿੱਚ ਉੱਚੀ ਪਦਵੀ 'ਤੇ ਹੋਵੇ, ਜਦੋਂ ਬਖਸ਼ਿਸ਼ ਨਹੀਂ ਉਹ ਸੁਖੀ ਹੋ ਹੀ ਨਹੀਂ ਸਕਦਾ, खुश नहीं हो रह सकता। सगल श्रेष्ठ को राजा दुखिया, राजा मोदी बड़ा दुखी अजकल, वो सुखी थोड़ो। इन्नी फौज, इन्ना खाण पीन, इन्नी सलूट, फिर भी वो कई बार रोंदा देखिया, क्योंकि भूपत सब दिवस चार के 4 दिन के प्राहुणे ने महाराज जी कहते, ये दुखी ने। हर को नाम जपत होए सुखी, जिहड़ा नाम का प्रेमी है जपदा सुखी होंदा। गुरु हरगोबिंद महाराज जी ने कहता मैं तुहाडे नाल लड़ना, अज तुहानूं हराउणा है। हुक्मराना नूं कहता मैनूं पता गुरु हरगोबिंद महाराज जी दा पेचां दा, मैनूं जाण दिओ, मैं हरा सकदा। कहंदे ठीक है। गुरु हरगोबिंद महाराज जी कहंदे तू मेरे नाल लड़ना है? कहंदा हाँ। वाह, सच्चे पातशाह जी कहंदे चल फिर पहल तू कर वार। उन्हें पूरी जोर दे नाल गुरु हरगोबिंद महाराज जी दे तलवार मारी। महाराज जी ने ढाल दे नाल टक लई, रोक लई। फिर उसने जो भी उहदे कोल हथियार सी, बरछा सी, वो मारिया। 2-3 वार कीते। फिर एक वार आखिरी ये हुंदा सी, जिहड़ा बहुत बलवान हुंदा सी, वो थल्ले उतर के ना घोड़े तो ते जिहड़ा सामने वाला हुंदा सी उहनूं घोड़े दे समेत ही चक के मारदा सी। पर अखीर विच जो हथियार नहीं होंदे सी, जिहड़ा बलवान हुंदा सी, ये भी दाव विच गुरु हरगोबिंद महाराज जी ने पैंदे खां नूं सिखाया सी। ते पैंदे खां दा जो हथियार काम नहीं कीता ना, इन्हें गुरु हरगोबिंद महाराज जी दे घोड़े नूं फड़ के ते परां सुटना चाहे, पर 6वें पातशाह नूं कोई हिला सकदा? दल भंजन गुर सूरमा वड़ योद्धा बहु परोपकारी। जो हरगोबिंद महाराज जी के घोड़े दियां लत्तां नूं फड़ के परा मारन लगा, महाराज जी कहते नहीं पैंदे खां पुत्रा, ते प्यो प्यो ही हुंदा है। जे कोई सारे कहन भावें कोई डीसी ना बन जाए, पुत डीसी क्यों ना बन जाए, प्यो भावें अनपढ़ क्यों ना, प्यो प्यो ही हुंदा है। गुरु हरगोबिंद महाराज जी प्यो ने पैंदे खां दे। कहते तू मैनू ही मेरी पग नूं हथ पाउण लग गया, मैनू ही मारन ते आ गया। इस करके अपने वड्डे ते अपने बजुर्ग ते कदी हथ नहीं चुकना चाहिए। ये सानू सिक्ख्या मिलदी। घरां विच लड़ाइयां हुंदियां ना, चाहे वड्डा वीर होवे, भरा होवे, चाहे बाप होवे, सानू सिखाया गया वड्डा भरा पिता दे समान हुंदा है। प्यो दे उपर कदे भी हथ जां कोई भी वधीकी करनी पाप है। सो ये हरगोबिंद महाराज पातशाह दा पोती है पैंदे खां, ते अपने प्यो गुरु हरगोबिंद महाराज जी नूं घोड़े समेत सुट्टण लगा। पर नहीं, सच्चे पातशाह जी कहंदे बई तेरे हुण जिहड़े कर्म सी ना, अच्छे कर्म मुक गए ने, हुण इधर आ बई, तू अपना जोर ला लिया, असी भी कर लिए वार एक। सच्चे पातशाह जी कहते लै फिर पुत्रा चाहुंदे ते नहीं सी, पर हुण की करिए, तेरे अंदर हुण जिहड़ा अहंकार है,
ਇੰਨਾ ਵੱਧ ਗਿਆ, ਇਹ ਸਾਨੂੰ ਹੁਣ ਤੂੰ ਤੇ ਸਾਨੂੰ ਹੀ ਮਾਰਨ ਤੇ ਆ ਗਏ ਆ। ਸੋ ਜਦੋਂ ਹੁਣ ਆਖਰੀ ਅਖੀਰ ਹੋ ਜਾਂਦੀ ਹੈ, ਫਿਰ ਉੱਥੇ ਮਹਾਰਾਜ ਜੀ ਕਹਿੰਦੇ ਆਪਣਾ ਬਚਾਅ ਕਰਨ ਦੇ ਵਿੱਚ ਕੁਛ ਵੀ ਕਰ ਸਕਦਾ ਬੰਦਾ। ਮਹਾਰਾਜ ਜੀ ਨੇ ਜਿਹੜੀ ਢਾਲ ਫੜੀ ਸੀ, ਕਿਉਂਕਿ ਜ਼ੋਰ ਬਹੁਤ ਸੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵਿੱਚ। ਮੈਂ ਪਹਿਲਾਂ ਦੱਸਿਆ ਵੀ 3 ਮਣ ਉਹਨਾਂ ਦਾ ਭਾਰ ਸੀ, ਤੇ ਦੇਖੋ ਕਿੰਨਾ ਜ਼ੋਰ ਹੋਏਗਾ। ਲੰਬੀਆਂ ਲੰਬੀਆਂ ਬਾਹਾਂ ਸੀ ਮਹਾਰਾਜ ਜੀ, ਬਹੁਤ ਉੱਚਾ ਲੰਮਾ ਸਰੀਰ ਸੀ। ਮਹਾਰਾਜ ਜੀ ਨੇ ਇਸ ਤਰ੍ਹਾਂ ਢਾਲ ਫੜੀ ਤੇ ਪੈਂਦੇ ਖਾਂਦੇ ਪੂਰੀ ਜ਼ੋਰ ਨਾਲ ਇੱਥੇ ਮਾਰੀ ਪੁਰਪੜੀ 'ਚ, ਉਹ ਜਾ ਕੇ ਡਿੱਗ ਪਿਆ। ਜਦੋਂ ਡਿੱਗਿਆ ਫਿਰ ਉੱਠ ਨਹੀਂ ਪਾਇਆ, ਉੱਠਿਆ ਹੀ ਨਾ ਜਾਵੇ। ਮਹਾਰਾਜ ਜੀ ਕਹਿੰਦੇ ਵੀ ਪੁੱਤਰਾ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ। ਤੇ ਹੁਣ ਮਹਾਰਾਜ ਜੀ ਨੇ ਢਾਲ ਦੀ ਛਾਂ ਕੀਤੀ ਹੈ, ਕਹਿੰਦੇ ਫਿਰ ਵੀ ਪਾਲਿਆ ਤੈਨੂੰ ਮੈਂ, ਤੈਨੂੰ ਦੁੱਧ ਪਿਆਇਆ ਹੈ, ਤੈਨੂੰ ਜਵਾਨ ਕੀਤਾ, ਆਪਣੇ ਪੁੱਤਾਂ ਵਾਂਗੂ ਪਾਲਿਆ, ਪਰ ਤੂੰ ਹੁਣ ਵਿਰੋਧ ਮੇਰੇ ਬਗਾਵਤੀ ਕਰਤੀ, ਮੇਰੇ ਖਿਲਾਫ ਦੁਸ਼ਮਣਾਂ ਦੇ ਨਾਲ ਮਿਲ ਕੇ ਤੂੰ ਆਇਆ, ਤੇ ਮੈਂ ਹੁਣ ਆਪਣਾ ਧਰਮ ਕਰਮ ਤੇ ਕਰਨਾ ਹੀ ਸੀ। ਤੂੰ ਮੇਰੇ ਤੇ ਹਮਲਾ ਕੀਤਾ, ਮੈਨੂੰ ਮਾਰਨਾ ਚਾਹਿਆ, ਫਿਰ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਤੂੰ ਜੰਮਿਆ ਪਲਿਆ, ਜਾਂ ਤੈਨੂੰ ਮੁਕਤ ਕੀਤਾ, ਜਾਂ ਉਸ ਅੱਲਾ ਦੀ ਗੋਦ ਦੇ ਵਿੱਚ ਤੈਨੂੰ ਮੁਕਤ ਕੀਤਾ, ਤੇਰਾ ਭਲਾ ਕੀਤਾ, ਅਸੀਸ ਦੇ ਕੇ ਫਿਰ ਵੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਤੋਰਿਆ। ਮੈਂ ਵਿਚਾਰ ਇਹ ਆਈ ਸੀ ਵੀ ਜਦੋਂ ਤੱਕ ਗੁਰੂ ਮਹਾਰਾਜ ਜੀ ਦੀ ਮਿਹਰ ਨਾ ਹੋਵੇ, ਜਿੰਨੀ ਮਰਜ਼ੀ ਤਾਕਤ ਹੋਵੇ, ਜਿੰਨੀ ਮਰਜ਼ੀ ਭਾਈ ਬਚਿੱਤਰ ਸਿੰਘ, ਭਾਵੇਂ ਗੱਲ ਇਹ ਚੱਲੀ ਸੀ ਵਿਚਾਰ ਵੀ ਉਹਨਾਂ ਦਾ ਸਰੀਰ ਬਹੁਤਾ ਵੱਡਾ ਤਗੜਾ ਨਹੀਂ ਸੀ, ਪਰ ਉਹਨਾਂ ਨੇ ਇਜਾਜ਼ਤ ਮੰਗੀ, ਸੱਚੇ ਪਾਤਸ਼ਾਹ ਮੈਂ ਲੜਾਂਗਾ, ਆਪ ਜੀ ਦੀ ਕਿਰਪਾ, ਤੁਸੀਂ ਮੇਰੇ ਭਰਿਆ ਹੱਥ ਰੱਖਣਾ। ਤੇ ਫਿਰ ਭਾਈ ਬਚਿੱਤਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਸੀਸ ਲੈ ਕੇ ਤੇ ਉਸ ਹਾਥੀ ਦਾ ਮੁਕਾਬਲਾ ਕੀਤਾ ਸੀ। ਤੇ ਹਾਥੀ ਦੇ ਮੱਥੇ ਦੇ ਵਿੱਚ ਜੈਕਾਰੇ ਲਾਉਂਦੇ ਹੋਏ ਸੋ ਨਾਗਨੀ ਮਾਰੀ ਸੀ, ਤੇ ਉਹ ਲੋਹੇ ਨੂੰ ਪਾੜਦੀ ਹੋਈ ਉਹਦੇ ਮੱਥੇ ਵਿੱਚ ਜਾ ਵੱਜੀ, ਔਰ ਲਹੂ ਖੂਨ ਦੇ ਫੁਹਾਰੇ ਚੱਲ ਪਏ, ਤੇ ਉਹ ਵਾਪਸ ਪਰਤ ਗਿਆ ਹਾਥੀ, ਤੇ ਆਪਣੀਆਂ ਹੀ ਫੌਜਾਂ ਨੂੰ ਮਾਰ ਮਕਾਉਣ ਲੱਗਾ, ਲਤਾੜਨ ਲੱਗਾ। ਸੋ ਪੰਕਤੀ ਚੱਲ ਰਹੀ ਸੀ, ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਹੀਂ, ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨਿਆ ਨਹੀਂ, ਤੇ ਉਹ ਦੁਨੀ ਚੰਦ ਵਰਗੇ ਮਰ ਗਏ, ਦੂਰ ਚਲੇ ਗਏ, ਪੈਂਦੇ ਖਾਂ ਵਰਗੇ ਵੀ ਮਰ ਗਏ, ਦੂਰ ਚਲੇ ਗਏ। ਤੇ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੀਤ ਕੀਤੀ, ਹੁਕਮ ਮੰਨਿਆ, ਜਿਨ ਅੰਦਰ ਪ੍ਰੀਤ ਨਹੀਂ ਹਰਕੇਰੀ ਸੇ ਕਿਚੜ ਕੁਵੇਰਾਇਨ ਮਨਮੁਖ ਬਿਤਾਲੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰੀਤ ਨਹੀਂ, ਉਹ ਭੂਤਾਂ ਵਾਂਗੂ ਇੱਧਰ ਉੱਧਰ ਘੁੰਮਦੇ ਰਹੇ। ਸਤਿਗੁਰੂ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੇ, ਉਹ ਆਪ ਵਰਤੇ ਆਪਣੀ ਵੱਤ ਨਾਲੇ। ਜਿਹੜਾ ਮਨੁੱਖ ਸਤਿਗੁਰੂ ਨੂੰ ਸ਼ਬਦ ਰਾਹੀਂ ਮਿਲਦਾ ਹੈ, ਵਿਕਾਰਾਂ ਤੋਂ ਮਨ ਨੂੰ ਰੋਕ ਕੇ ਮਨ ਨੂੰ ਟਿਕਾਣੇ ਰੱਖਦਾ, ਮਹਾਰਾਜ ਜੀ ਕਹਿੰਦੇ ਸਤਿਗੁਰੂ ਉਹਦੇ ਵਿੱਚ ਆਪ ਵਰਤਦਾ। ਸਤਿਗੁਰੂ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੇ, ਉਹ ਆਪ ਵਰਤੇ ਆਪਣੀ ਵੱਤ ਨਾਲੇ। ਗੁਰੂ ਉਹਨਾਂ ਵਿੱਚ ਵਰਤ ਜਾਂਦਾ ਹੈ, ਜਿਸ ਦੀ ਜ਼ਮੀਰ ਜਿਉਂਦੀ ਹੈ, ਜਿਸ ਦੀ ਅੰਤਰ-ਆਤਮਾ ਜਿਉਂਦੀ ਹੈ, ਜਿਹੜਾ ਅੰਦਰੋਂ ਦ੍ਰਿੜ ਹੈ, ਪੂਰਾ ਪੱਕਾ ਹੈ, ਉਹਦੇ ਨਾਲ ਸਤਿਗੁਰੂ ਆਪ ਵਰਤਦਾ। ਜਨ ਨਾਨਕ ਇੱਕ ਨਾ ਗੁਰ ਮੇਲ ਸੁਖ ਦੇਵੇ, ਇੱਕ ਆਪੇ ਵੱਖ ਕੱਢੇ ਠੱਗ ਵਾਲੇ। ਸੋ ਗੁਰੂ ਆਪ ਹੀ ਮਿਹਰ ਕਰਕੇ ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ, ਸੁੱਖ ਬਖਸ਼ਦਾ। ਤੇ ਜਿਹੜੇ ਹੁੰਦੇ ਨੇ ਝੂਠੇ ਕੂੜ ਕਪਟ ਵਾਲੇ, ਤੇ ਇੱਕ ਆਪੇ ਵੱਖ ਕੱਢੇ ਠੱਗ ਵਾਲੇ, ਤੇ ਉਹਨਾਂ ਨੂੰ ਆਪਣੇ ਤੋਂ ਦੂਰ ਕਰ ਦਿੰਦਾ, ਬਹੁਤ ਦੂਰ ਕਰ ਦਿੰਦਾ। ਸੋ ਇਹ ਸੀ ਅੱਜ ਦੇ ਸ਼ਬਦ ਦੀ ਵਿਚਾਰ ਕਥਾ ਪ੍ਰਮਾਣ ਸਹਿਤ ਗੁਰੂ ਮਹਾਰਾਜ ਜੀ ਨੇ ਸੇਵਾ ਲਈ ਹੈ। ਇੰਨੀ ਸੇਵਾ ਪ੍ਰਵਾਨ ਭੁਲਾ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।